साहिब जी वाहेगुरु वाहेगुरु साहिब जी। गौड़ी कबीर जी दे मुहार लगाम पैरावो, सगल दजीन गगन दौराव। अपने विचार सवारी कीजै, सहज के पावड़े पग धर लीजै। राह चल रे बैकुंठ, चल रे बैकुंठ। तुझे ले तारो हिचैता प्रेम के चाबक मारो। मैं तान दीवान तू है मेरे स्वामी, मैं तुझे आगे अरदास। मैं और थाऊ नहीं, जिस पे करूं बेनती। मेरा दुख सुख तुझे ही पास। ज़हरा ज़हूर हाजरा हजूर सर्व कला भरपूर समर्थ गुरु। लोक परलोक दे रखियक भगत वशल ज्ञान दे सागर। गुरुआं भगतां भट्टां सिखां दी बाणी। धन धन ज्ञान का सागर गुरु ग्रंथ साहब जी महाराज सतगुरु जी की पावन पवित्र गोद हजूरी दे विच गुरु शब्द दे नाल जुड़ रही जुड़ बैठी सत्संग जी। धनता दे योग वडभागे हाँ, गुरु ने मेहर की है, तंदुरुस्तियां बख्शियां ने, उद्यम इशनान बख्शिया, साडी बेनती नूं मंजूर किया है और महाराज जी ने अपनी गोद बख्श दी है। इस करके असीं वडभागे हाँ। वडभागी साध संग प्राप्त, तिल भेड़ दुर्मद खोई। बिसर गई सो ताद बुराई, जवते साध संगत मोह पाई। ना को बैरी ना ही बेगाना, सगल संग हमको बन आई। सो महाराज जी आप जी ने साडे गुनाहां नूं ना देखदे होया साडे ते दया कीती है। सानू वो हीरे मोती बख्शे किते ने जिन्हां दी कीमत दुनिया दे विच कोई पा नहीं सकदा। मतलब चंगे बन दी, चंगी विचार दी बख्शिश कीती, ऐसी बख्शिश कीती है जिस दे नाल असीं अपने जीवन नूं बहुत बहुत वधिया तरीके दे नाल बतीत कर सकते हैं गुरु दी मेहर सदका। सो आओ महाराज जी मेहर कर, दाता जी कृपा कर, सानू गुरु दी बख्शिश प्राप्त हो। सानू गुरु दी बख्शिश प्राप्त हो। हर बंदा हर इंसान गुरु दी बख्शिश लैनी चाहुंदा है, पर कई बार बख्शिश तो खाली रह जाता है। इहदा मतलब ये नहीं
ਗੁਰੂ ਜਿਹੜਾ ਹੈ ਉਹ ਬਖਸ਼ਿਸ਼ ਨਹੀਂ ਕਰਦਾ ਜਾਂ ਬਖਸ਼ਿਸ਼ ਦੇ ਘਰ ਵਿੱਚ ਨਹੀਂ ਆਉਂਦਾ, ਇਸ ਤਰ੍ਹਾਂ ਦੀ ਗੱਲ ਨਹੀਂ। ਇੱਦਾਂ ਦੀ ਕੋਈ ਗੱਲ ਨਹੀਂ ਵੀ ਰੱਬ ਨਜ਼ਰ ਨਹੀਂ ਕਰਦਾ, ਮਿਹਰ ਨਹੀਂ ਕਰਦਾ, ਨਿਗਾਹ ਨਹੀਂ ਕਰਦਾ, ਸਭ ਕੁਛ ਕਰਦਾ। ਬਹੁਤ ਵਾਰ ਅਸੀਂ ਸੁਣ ਚੁੱਕੇ ਹਾਂ, ਜਿਵੇਂ ਦੀ ਸਾਡੀ ਆਤਮਿਕ ਅਵਸਥਾ ਹੋਏਗੀ, ਬਿਰਤੀ ਹੋਏਗੀ, ਸਾਨੂੰ ਉਸ ਪ੍ਰਕਾਰ ਹੀ ਗੁਰੂ ਦੀ ਬਖਸ਼ਿਸ਼ ਮਿਲਣੀ, ਉਸ ਪ੍ਰਕਾਰ ਹੀ। ਜੇ ਕਿਤੇ ਸਾਡਾ ਮਨ ਜਾਂ ਬੌਧਿਕ ਵਿਕਾਸ ਬਣਿਆ ਹੋਵੇ ਤੇ ਫਿਰ ਗੁਰੂ ਦੀ ਬਖਸ਼ਿਸ਼ ਦੇ ਨਾਲ ਮਹਿੰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਿਲ ਜਾਂਦੀਆਂ। ਸੋ ਆਓ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੁੜੀ ਹੈ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਅਸੀਂ ਆਰੰਭ ਕਰਨੀ ਹੈ, ਕਿਉਂਕਿ ਜਦੋਂ ਤੱਕ ਵਿਚਾਰ ਨਹੀਂ ਕੀਤੀ ਜਾਂਦੀ ਉਦੋਂ ਤੱਕ ਸ਼ਬਦ ਦੀ ਸਮਝ ਨਹੀਂ ਲੱਗਦੀ ਜਾਂ ਮੁਸ਼ਕਲ ਹੁੰਦੀ ਹੈ, ਪ੍ਰੋਬਲਮ ਹੋ ਜਾਂਦੀ ਹੈ। ਸੋ ਇਸ ਲਈ ਗੁਰੂ ਤੇ ਪੂਰਨ ਭਰੋਸਾ ਵਿਸ਼ਵਾਸ ਰੱਖ ਕੇ ਜੋ ਵੀ ਗੁਰੂ ਸਾਹਿਬ ਜੀ ਸਾਡੇ ਤੇ ਹੁਕਮ ਜਾਂ ਸਾਡੇ ਫਰਜ਼ਾਂ ਨੂੰ ਯਾਦ ਕਰਵਾਉਂਦੇ ਹਨ, ਉਹ ਹੁਕਮ ਤੇ ਫਰਜ਼ ਆਗਿਆ ਦੇ ਰੂਪ ਦੇ ਵਿੱਚ ਸਾਨੂੰ ਮੰਨਣੇ ਪੈਣਗੇ ਤੇ ਫਿਰ ਸਾਡਾ ਭਲਾ ਹੋਏਗਾ, ਸਾਨੂੰ ਗੁਰੂ ਦੀ ਬਖਸ਼ਿਸ਼ ਮਿਹਰ ਕਿਰਪਾ ਪ੍ਰਾਪਤ ਹੋਵੇ। ਸੋ ਗੁਰੂ ਗ੍ਰੰਥ ਸਾਹਿਬ ਜੀ ਇਹ ਸਭ ਕੁਝ ਦੇਣ ਵਾਲੇ ਹਨ, ਸਾਰੀਆਂ ਦਾਤਾਂ ਸਤਿਗੁਰੂ ਜੀ ਤੋਂ ਮਿਲਦੀਆਂ ਹਨ। ਇਸ ਲਈ ਆਓ ਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਦਇਆ ਕਰਨ। ਅਸੀਂ ਅੱਜ ਦੇ ਲੜੀਵਾਰ ਸ਼ਬਦ ਦੀ ਜੋ ਵਿਚਾਰ ਹੈ ਉਸ ਨੂੰ ਆਰੰਭ ਕਰਦੇ ਹਾਂ। ਭਗਤ ਕਬੀਰ ਜੀ ਦੀ ਬਾਣੀ ਕਈ ਰੋਜ਼ ਤੋਂ ਦਿਨ ਤੋਂ ਚੱਲ ਰਹੀ ਹੈ। ਸੋ ਭਗਤ ਕਬੀਰ ਜੀ ਦਾ ਇੱਕ ਇੱਕ ਸ਼ਬਦ ਅਸੀਂ ਰੋਜ਼ ਜਿਹੜਾ ਉਹਦੀ ਵਿਚਾਰ ਕਰਦੇ ਹਨ, ਜਿਵੇਂ ਦੇ ਪ੍ਰਮਾਣ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜਿਵੇਂ ਦੀ ਬੁੱਧੀ ਬਖਸ਼ਦੇ ਨੇ ਉਸ ਮੁਤਾਬਕ। ਕਿਉਂਕਿ ਨਾ ਕੋਈ ਬਾਣੀ ਦੇ ਅਰਥ ਅੱਜ ਤੱਕ ਕਰ ਸਕਿਆ, ਨਾ ਕਰ ਸਕੇਗਾ, ਨਾ ਕੋਈ ਉਸ ਦੇ ਅੰਤ ਨੂੰ ਜਾਣ ਸਕਿਆ, ਨਾ ਕੋਈ ਜਾਣ ਸਕੇਗਾ। ਇਸ ਲਈ ਜਿੰਨੀ ਕੁ ਬਖਸ਼ਿਸ਼ ਗੁਰੂ ਸਾਹਿਬ ਜੀ ਕਰਦੇ ਨੇ ਉਸ ਦੇ ਮੁਤਾਬਕ ਹੀ ਵਿਚਾਰਾਂ ਦੀ ਜੋ ਹੈ ਉਹ ਸਾਂਝ ਪਾਈ ਜਾਂਦੀ ਹੈ ਜਾਂ ਕੀਤੀ ਜਾਂਦੀ ਹੈ। ਸੋ ਭਗਤ ਕਬੀਰ ਜੀ ਦਾ ਸ਼ਬਦ ਆਰੰਭ ਕਰਦੇ ਹਾਂ। ਦੇ ਮੁਹਾਰ ਲਗਾਮ ਪਹਿਰਾਵੋ। ਇੱਥੇ ਮਹਾਰਾਜ ਜੀ ਨੇ ਇੱਕ ਘੋੜੇ ਦੀ ਉਦਾਹਰਨ ਦਿੱਤੀ ਹੈ ਤੇ ਉਸ ਨੂੰ ਸਹੀ ਤੋਰਨ ਦੇ ਲਈ, ਸਹੀ ਚਲਾਉਣ ਦੇ ਲਈ ਉਹਦੇ ਲਗਾਮ ਕਿਵੇਂ ਪਾਈ ਜਾਂਦੀ ਹੈ, ਜਾਂ ਪਸ਼ੂ ਦੇ ਨੱਥ ਕਿਵੇਂ ਪਾਈ ਜਾਂਦੀ ਹੈ, ਜਾਂ ਖੋਪੇ ਕਿਵੇਂ ਚੜਾਏ ਜਾਂਦੇ ਹਨ। ਮਤਲਬ ਇੱਧਰ ਉੱਧਰ ਮੂੰਹ ਮਾਰਨ ਤੋਂ ਜਾਂ ਆਪਣੀ ਡਾਇਰੈਕਸ਼ਨ ਖਰਾਬ ਨਾ ਕਰ ਲਵੇ ਮਨ, ਜਾਂ ਹੋਰ ਮਨ ਦਾ ਰੂਪ ਜਿਹੜਾ ਉਹ ਸਾਡੀਆਂ ਜਿਹੜੀਆਂ ਨੇ ਖਾਚਾਂ ਨੇ, ਤ੍ਰਿਸ਼ਨਾਵਾਂ ਹਨ, ਤੇ ਇਹ ਜਿਹੜੀਆਂ ਨੇ ਸਾਨੂੰ ਮਾਇਆ ਦੇ ਨਾਲ ਜੋੜਦੀਆਂ ਨੇ ਤੇ ਮਾਇਆ ਦੇ ਵਿੱਚ ਲੱਗ ਕੇ ਬੰਦਾ ਭੁੱਲਦਾ ਹੈ। ਜਿਹੜਾ ਭੁੱਲਦਾ ਉਹਨੂੰ ਮੰਜ਼ਿਲ ਨਹੀਂ ਮਿਲਦੀ ਤੇ ਉਹ ਖੁਆਰ ਹੁੰਦਾ ਹੈ। ਤੇ ਜਿਹੜਾ ਖੁਆਰੀ ਤੋਂ ਬਚਣਾ ਚਾਹੁੰਦਾ, ਖੁਆਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ। ਬਚੇਗਾ ਉਹੀ, ਬਚਦਾ ਉਹੀ ਹੈ ਜਿਹੜਾ ਸ਼ਰਨ ਵਿੱਚ ਆਏਗਾ। ਜਿਹੜਾ ਗੁਰੂ ਨਾਨਕ ਦੀ ਸ਼ਰਨ ਦੇ ਵਿੱਚ ਆਏਗਾ ਉਹੀ ਬਚੇਗਾ, ਬਾਕੀ ਕੋਈ ਨਹੀਂ ਬਚੇਗਾ। ਸੋ ਆਓ ਭਗਤ ਕਬੀਰ ਜੀ ਦੀ ਬਾਣੀ ਨੂੰ ਪਹਿਲੀ ਭਗਤੀ ਸ਼ਬਦ ਦੀ ਇਸ ਤਰ੍ਹਾਂ ਕਹਿੰਦੇ ਵੀ ਜਿਵੇਂ ਇੱਕ ਜਾਨਵਰ ਨੂੰ, ਘੋੜੇ ਨੂੰ, ਉਹਦੇ ਮੂੰਹ ਨੂੰ ਇੱਕ ਟਾਈਟ ਜਿਹੀ ਚੀਜ਼ ਦੇ ਨਾਲ, ਤੰਗ ਜਿਹੀ ਚੀਜ਼ ਦੇ ਨਾਲ ਉਹਦੇ ਮੂੰਹ ਦੇ ਉੱਪਰ ਪਾ ਕੇ ਉਹਨੂੰ ਢੱਕ ਕੇ ਤੇ ਉਹਨੂੰ ਰੱਸੀ ਦੇ ਨਾਲ ਬੰਨ੍ਹ ਦਿੱਤਾ ਜਾਂਦਾ। ਜਾਂ ਇਸ ਤਰ੍ਹਾਂ ਵੀ ਅਸੀਂ ਹੋਰ ਵੀ ਉਦਾਹਰਨ ਲੈ ਸਕਦੇ ਹਾਂ।
ਆਮ ਕਰਕੇ ਪਸ਼ੂ ਜਿਨ੍ਹਾਂ ਨੂੰ ਵਾਹੀ ਦੇ ਵਾਸਤੇ ਵਾਹਿਆ ਜਾਂਦਾ ਜਾਂ ਗੱਡਿਆਂ ਤੇ ਰੇੜਿਆਂ ਦੇ ਅੱਗੇ ਜੋਇਆ ਜਾਂਦਾ, ਜਾਂ ਫਿਰ ਹੋਰ ਕੰਮ ਕਰਨ ਵਾਲੇ ਪਸ਼ੂ, ਅਕਸਰ ਉਹਨਾਂ ਦੇ ਮੂੰਹ ਢੱਕ ਦਿੱਤੇ ਜਾਂਦੇ ਹਨ। ਔਰ ਅੱਜ ਕੱਲ੍ਹ ਕਈ ਕੁੱਤਿਆਂ ਦੇ ਮੂੰਹਾਂ ਨੂੰ ਵੀ ਢੱਕ ਦਿੱਤਾ ਜਾਂਦਾ ਹੈ, ਕਵਰ ਕਰ ਦਿੱਤਾ ਜਾਂਦਾ, ਜਾਂ ਤਾਂ ਜੋ ਇਹ ਕਿਸੇ ਵਿਅਕਤੀ ਨੂੰ ਵੱਢ ਨਾ ਦੇਣ, ਮਾਰ ਨਾ ਦੇਣ। ਸੋ ਭਗਤ ਕਬੀਰ ਜੀ ਮਹਾਰਾਜ ਜੀ ਨੇ ਆਪਣੀ ਮੁਬਾਰਕ ਪਾਵਨ ਪਵਿੱਤਰ ਰਸਨਾ ਤੋਂ ਇਹ ਆਖਿਆ ਵੀ ਜਿਹੜਾ ਸਾਡਾ ਮਨ ਹੈ ਇਹ ਵੀ ਉਸ ਘੋੜੇ ਤੇ ਜਾਨਵਰ ਦੀ ਤਰ੍ਹਾਂ, ਇਹਨੂੰ ਵੀ ਭਾਈ ਲਗਾਮ ਪਾਓ। ਭਗਤ ਜੀ ਨੇ ਕਿਹਾ, ਅਸੀਂ ਵੀ ਅਕਸਰ ਹੀ ਕਹਿੰਦੇ ਰਹਿੰਦੇ ਹਾਂ, ਆਪਣੀ ਜ਼ੁਬਾਨ ਨੂੰ ਲਗਾਮ ਦੇ। ਅਸੀਂ ਵੀ ਕਹਿੰਦੇ, ਜਦ ਕੋਈ ਬਹੁਤਾ ਬੋਲਦਾ ਹੈ, ਵੱਧ ਘੱਟ ਬੋਲਦਾ ਹੈ, ਅਸੀਂ ਕਹਿੰਦੇ ਆਪਣੀ ਜ਼ੁਬਾਨ ਨੂੰ ਲਗਾਮ ਲਗਾ। ਮਤਲਬ ਲਗਾਮ ਜਿਹੜੀ ਹੈ ਉਹ ਰੋਕ ਦਿੰਦੀ ਹੈ ਭੈੜਾ ਬੋਲਣ ਤੋਂ, ਭੈੜਾ ਕੰਮ ਕਰਨ ਤੋਂ। ਤੇ ਜਿਹੜਾ ਜਾਨਵਰ ਹੈ ਉਸ ਦੀ ਜੇ ਲਗਾਮ ਖੋਲ ਦਿੱਤੀ ਜਾਏ, ਉਹ ਕੀ ਕਰਦਾ? ਮਾਲਕ ਦਾ ਨੁਕਸਾਨ ਵੀ ਕਰਦਾ, ਫਸਲਾਂ ਦਾ ਨੁਕਸਾਨ ਵੀ ਕਰਦਾ। ਰਾਹ ਵਿੱਚ ਜਾਂਦਿਆਂ ਨੂੰ ਕਈ ਵਾਰ ਉਹ ਪਸ਼ੂ ਜਿਹੜਾ ਹੈ ਉਹ ਸੁੱਟ ਵੀ ਦਿੰਦਾ, ਮਾਰ ਵੀ ਦਿੰਦਾ। ਇਸ ਕਰਕੇ ਜਿਵੇਂ ਬਾਹਰਲੇ ਪਸ਼ੂ ਤੰਗ ਕਰਦੇ ਨੇ, ਬਾਹਰਲੇ ਪਸ਼ੂ ਅਵਾਰਾਗਰਦੀ ਕਰਦੇ ਨੇ, ਜਦੋਂ ਮਨ ਪਸ਼ੂ ਬਣਦਾ ਹੈ ਤੇ ਇਹ ਵੀ ਫਿਰ ਜਾਨਵਰਾਂ ਵਾਂਗੂ ਹੀ ਬਣਦਾ, ਉਸੇ ਤਰ੍ਹਾਂ ਹੀ ਚੱਲਦਾ ਜਾਨਵਰਾਂ ਵਾਂਗੂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਨ ਵੀ ਇੱਕ ਜਾਨਵਰ ਤੇ ਘੋੜੇ ਦੀ ਤਰ੍ਹਾਂ। ਭਾਈ ਪ੍ਰੇਮ ਦੀ ਲਗਨ ਲਗਾਓ, ਇਸ ਨੂੰ ਪ੍ਰੇਮ ਦੀ ਲਗਨ ਲਗਾਓ, ਇਸ ਨੂੰ ਲਗਾਮ ਪਹਿਨਾਓ, ਤਾਂ ਜੋ ਇਹ ਮਨ ਆਪਣੀ ਮਰਜ਼ੀ ਨਾ ਕਰੇ, ਤਾਂ ਜੋ ਮਨ ਜਿਹੜਾ ਹੈ ਇਹ ਗਲਤ ਪਾਸੇ ਮੂੰਹ ਨਾ ਮਾਰੇ, ਗਲਤ ਪਾਸੇ ਨਾ ਜਾਵੇ। ਔਰ ਮਨ ਨੂੰ ਮਤਲਬ ਰੋਕ ਕੇ ਰੱਖਣਾ, ਮਤਲਬ ਭੋਗਾਂ ਤੋਂ, ਰਸਾਂ ਤੋਂ, ਇਸ ਮਨ ਨੂੰ ਭੋਗਾਂ ਰਸਾਂ ਤੋਂ ਬਚਾ ਕੇ ਰੱਖਣਾ ਹੈ। ਇਸ ਕਰਕੇ ਇਸ ਨੂੰ ਐਸੀ ਲਗਾਮ ਪਾ, ਜਿਸ ਦੇ ਬਾਰੇ ਅੱਗੇ ਵੀ ਭਗਤ ਜੀ ਕੀ ਫਰਮਾਨ ਕਰਦੇ ਨੇ, ਸਗਲ ਦਾ ਜੀਨ ਗਗਨ ਦੁਹਰਾਵੋ। ਮੈਂ ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣ ਵਾਲਾ, ਮੈਂ ਮਨ ਨੂੰ ਐਸੀ ਕਾਠੀ ਪਾ ਕੇ ਤੋਰਾਂ ਕਿ ਇਹ ਸਿੱਧਾ ਹੀ ਉਡਾਰੀ ਲਾਉਂਦਾ ਨਿਰੰਕਾਰ ਦੇ ਦੇਸ਼ ਚਲਿਆ ਜਾਏ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ, ਮਹਲ ਸਗਲ ਦਾ ਜੀਨ ਗਗਨ ਦੁਹਰਾਓ। ਅੱਜ ਦੇ ਸ਼ਬਦ ਵਿੱਚ ਜਾਨਵਰ ਦੀ ਉਦਾਹਰਨ ਦੇ ਕੇ, ਪਸ਼ੂ ਦੀ ਉਦਾਹਰਨ ਦੇ ਕੇ ਮਨੁੱਖ ਨੂੰ ਚੰਗਾ ਬਣਨ ਦੇ ਲਈ ਆਖਿਆ। ਮਤਲਬ ਮਨ ਨੂੰ ਗਲਤ ਪਾਸਿਓਂ ਮੋੜ ਕੇ, ਮਨ ਨੂੰ ਮਾਇਆ ਤੋਂ ਮੋੜ ਕੇ, ਮਨ ਨੂੰ ਕਈ ਤਰ੍ਹਾਂ ਦੀਆਂ ਭੈੜੀਆਂ ਚੀਜ਼ਾਂ ਤੋਂ ਮੋੜ ਕੇ ਗੁਰੂ ਵੱਲ ਲਿਆਉਣਾ ਇੱਕ ਬਹੁਤ ਵੱਡੀ ਗੱਲ ਹੈ ਤੇ ਇੱਕ ਕਾਮਯਾਬੀ ਹੈ। ਸੋ ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਮੈਂ ਇਸ ਮਨ ਨੂੰ ਸ਼ਬਦ ਸੁਰਤ ਸੁਮੇਲ ਰਾਹੀਂ ਦਸਵੇਂ ਦੁਆਰ ਵਿੱਚ ਲਿਜਾ ਕੇ ਤੇ ਪ੍ਰਭੂ ਦੇ ਦੇਸ਼ ਦੀਆਂ ਉਡਾਰੀਆਂ ਲਾਵਾਂ, ਜਿਹਨੂੰ ਕਹਿੰਦੇ ਨੇ ਧਨ ਸੋ ਦੇਸ਼ ਜਹਾਂ ਤੂੰ ਵਸੇ। ਮੇਰੇ ਸੱਜਣ ਮੀਤ ਮੁਰਾਰੇ, ਆਪਣੇ ਮਨ ਨੂੰ ਐਸਾ ਬਣਾਵਾਂ ਕਿ ਇਹ ਨਿਰੰਕਾਰ ਦੇ ਦੇਸ਼ ਨੂੰ ਉਡਾਰੀ ਲਾਵੇ। ਉਡਾਰੀ ਉਹੀ ਪੰਛੀ ਲਾ ਸਕਦਾ ਜਿਹਦੇ ਖੰਭ ਹੋਣ। ਜਿਸ ਪੰਛੀ ਦਾ ਇੱਕ ਵੀ ਖੰਭ ਜਿਹੜਾ ਉਹ ਟੁੱਟ ਜਾਂਦਾ, ਥੋੜੀ ਜਿਹੀ ਰਫ਼ਤਾਰ ਘਟ ਜਾਂਦੀ। ਜੇ ਜ਼ਿਆਦਾ ਖੰਭ ਟੁੱਟ ਜਾਣ
ਜਾਂ ਇੱਕ ਪਾਸੇ ਦਾ ਹੀ ਸਾਰੇ ਖੰਭ ਝੜ ਜਾਣ ਤੇ ਉਹ ਪੰਛੀ ਉੱਡ ਨਹੀਂ ਸਕਦਾ, ਉੱਡ ਨਹੀਂ ਸਕਦਾ, ਆਪਣੀ ਮੰਜ਼ਿਲ ਵੀ ਨਹੀਂ ਪ੍ਰਾਪਤ ਕਰ ਸਕਦਾ, ਨਹੀਂ ਉੱਡ ਸਕਦਾ। ਇਸ ਕਰਕੇ ਪੰਛੀ ਨੂੰ ਆਕਾਸ਼ ਵਿੱਚ ਉੱਡਣ ਦੇ ਲਈ ਦੋ ਪਰਾਂ ਦੀ, ਦੋ ਖੰਭਾਂ ਦੀ ਜ਼ਰੂਰਤ ਹੈ। ਇਸ ਮਨ ਨੂੰ ਵੀ ਉਸ ਪਰਮਾਤਮਾ ਤੱਕ ਪਹੁੰਚਣ ਦੇ ਲਈ, ਉਸ ਪਰਮਾਤਮਾ ਤੱਕ ਪਹੁੰਚਣ ਦੇ ਲਈ ਪ੍ਰੇਮ, ਸ਼ਰਧਾ, ਭਰੋਸਾ, ਇਹ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਚੀਜ਼ਾਂ ਹੀ ਸਾਨੂੰ ਨਿਰੰਕਾਰ ਦੇ ਦੇਸ਼ ਵੱਲ ਪ੍ਰੇਰਿਤ ਕਰਦੀਆਂ ਹਨ, ਲੈ ਕੇ ਜਾਂਦੀਆਂ ਹਨ, ਪਹੁੰਚਾਉਂਦੀਆਂ ਹਨ। ਆਪਣੇ ਵਿਚਾਰ ਅਸ ਵਾਰੀ ਕੀਜੈ, ਆਪਣੇ ਸਰੂਪ ਦੇ ਗਿਆਨ ਰੂਪੀ ਘੋੜੇ ਤੇ ਸਵਾਰ ਹੋ ਕੇ ਆਪਾਂ ਜਾਂ ਤੁਸੀਂ, ਜੰਜ ਕਹਿ ਸਕਦੇ ਹਾਂ, ਜੋ ਵਿਚਾਰ ਅਸੀਂ ਕਰ ਰਹੇ ਹਾਂ ਇਹਨੂੰ ਵੀ ਅਸੀਂ ਇੱਕ ਘੋੜੇ ਦੇ ਸਮਾਨ ਸਮਝ ਸਕਦੇ ਹਾਂ। ਜਿਵੇਂ ਘੋੜਾ ਰਫ਼ਤਾਰ ਫੜਦਾ ਹੈ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਜੇ ਮਨ ਵੀ ਐਸਾ ਗੁਰੂ ਦਾ ਘੋੜਾ ਬਣ ਜਾਏ ਤੇ ਇਹ ਵੀ ਸਵਾਰੀ ਜਿਹੜੀ ਹੈ ਕਿਧਰੇ ਨਾ ਕਿਧਰੇ ਪਹੁੰਚ ਜਾਏਗੀ। ਆਪਣੇ ਵਿਚਾਰ ਅਸਵਾਰੀ ਕੀਜੇ, ਆਪਣੇ ਵਿਚਾਰਾਂ ਦੇ ਨਾਲ ਸਵਾਰੀ ਕਰੀਦੀ ਹੈ। ਵਿਚਾਰ ਹੀ ਮਨੁੱਖ ਨੂੰ ਅਕਾਲ ਪੁਰਖ ਤੱਕ ਲੈ ਕੇ ਜਾਂਦੇ ਨੇ, ਵਿਚਾਰ ਹੀ ਮਨੁੱਖ ਨੂੰ ਉੱਪਰ ਪਹੁੰਚਿਆਂ ਤੋਂ ਥੱਲੇ ਲੈ ਕੇ ਜਾਂਦੇ ਨੇ, ਥੱਲੇ ਲਿਆਉਂਦੇ। ਮਨੁੱਖ ਵਿਚਾਰਾਂ ਕਰਕੇ ਉੱਚਾ ਸੁੱਚਾ ਵੱਡਾ ਹੁੰਦਾ ਹੈ ਤੇ ਮਨੁੱਖ ਵਿਚਾਰਾਂ ਕਰਕੇ ਹੀ ਸਤਿਸੰਗਤ ਜੀ ਬਾਣੀ ਦੇ ਦੌਰਾਨ ਜੋ ਲਿਖਿਆ ਵਿਚਾਰਾਂ ਕਰਕੇ ਹੀ ਮੰਦਾ ਹੁੰਦਾ ਹੈ, ਭੈੜਾ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਜੀ ਮਹਾਰਾਜ ਸਾਨੂੰ ਗਿਆਨ ਬਖਸ਼ ਰਹੇ, ਦੇ ਰਹੇ। ਸੋ ਪੰਕਤੀ ਅਸੀਂ ਸਰਵਣ ਕੀਤੀ ਹੈ, ਆਪਣੇ ਵਿਚਾਰ ਅਸਵਾਰੀ ਕੀਜੈ। ਜਿਵੇਂ ਆਮ ਕਰਕੇ ਬੱਸਾਂ ਦੇ ਉੱਪਰ ਲਿਖਿਆ ਹੁੰਦਾ ਨਾ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਵੇਗੀ। ਇਸ ਕਰਕੇ ਆਪਣਾ ਸਮਾਨ ਸਾਂਭ ਕੇ ਰੱਖੋ। ਤੇ ਭਗਤ ਜੀ ਕਹਿੰਦੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਨੇ ਨਾ ਸਾਂਭ ਕੇ ਰੱਖੋ, ਵਿਚਾਰ ਚੰਗਾ ਕਰੋ, ਚੰਗੀ ਵਿਚਾਰ ਸੁਣੋ, ਚੰਗੀ ਵਿਚਾਰ ਸੁਣਾਓ। ਇਹ ਜਿਹੜੀ ਵਿਚਾਰ ਹੈ ਨਾ ਇੱਕ ਅਸਵਾਰੀ ਹੈ। ਜਿਵੇਂ ਕੋ ਪਹਿਲਾਂ ਲੋਕੀ ਬਲਦਾਂ ਦੀਆਂ, ਘੋੜਿਆਂ ਦੀਆਂ ਸਵਾਰੀਆਂ ਕਰਦੇ ਸਨ ਜਾਂ ਹੋਰ ਜਾਨਵਰਾਂ ਦੀਆਂ ਬਾਹਰ ਜਾਣ ਦੇ ਲਈ ਗੱਡਿਆਂ ਰਾਹੀਂ, ਗੱਡੀਆਂ ਰਾਹੀਂ, ਮਤਲਬ ਰੇੜਿਆਂ ਰਾਹੀਂ ਜਾਂ ਹੋਰ ਵੀ ਕੋਈ ਸਾਧਨ ਸਨ, ਪਸ਼ੂਆਂ ਰਾਹੀਂ ਉਹਨਾਂ ਨੂੰ ਜੋ ਕੇ ਇੱਦਾਂ ਸਵਾਰੀ ਬਣਾਉਂਦੇ ਸਨ। ਕਈ ਦਿਨ ਰੋਜ਼ ਲੱਗ ਜਾਂਦੇ ਸਨ। ਸੋ ਜਦੋਂ ਮਨ ਸੱਚ ਦੀ ਸਵਾਰੀ ਕਰੇਗਾ, ਜਦੋਂ ਮਨ ਦੇ ਵਿੱਚ ਪਰਮਾਤਮਾ ਆਏਗਾ, ਆਮ ਅਸੀਂ ਕਹਿ ਦਿੰਦੇ ਉਹਦੇ ਤੇ ਸਵਾਰੀ ਹੈ। ਕਾਹਦੀ ਸਵਾਰੀ ਹੈ? ਉਹਦੇ ਤੇ ਸਵਾਰੀ ਹੈ ਸੱਚ ਦੀ, ਕਿਸੇ ਸੱਚ ਨੂੰ ਕਮਾਉਣ ਵਾਲੇ ਦੀ, ਜਪਣ ਵਾਲੇ ਦੀ, ਕਿਸੇ ਰੱਬ ਦੇ ਰੂਹ ਦੀ। ਸਵਾਰੀ ਦਾ ਮਤਲਬ ਹੋਰ ਕੁਝ ਨਾ ਸਮਝ ਲੈਣਾ, ਕਿਉਂਕਿ ਉਹ ਗੁਰਮਤਿ ਉਸ ਸਵਾਰੀ ਨੂੰ ਨਹੀਂ ਮੰਨਦੀ ਜਿਹੜੀ ਸਵਾਰੀ ਲੋਕੀ ਕਰਦੇ ਨੇ। ਸਵਾਰ ਦਾ ਮਤਲਬ ਮਨ ਵਿੱਚ ਚੰਗੇ ਵਿਚਾਰ ਸਵਾਰ ਹੋ ਜਾਣੇ, ਮਨ ਦੁਆਰਾ ਚੰਗਾ ਬੋਲਣ ਲੱਗ ਜਾਣਾ, ਮਨ ਦੁਆਰਾ ਚੰਗਾ ਸੋਚਣਾ ਸ਼ੁਰੂ ਕਰ ਦੇਣਾ, ਮਨ ਦੁਆਰਾ ਪ੍ਰੇਰਿਤ ਕਰਕੇ ਗੁਰੂ ਘਰ ਮਨ ਨੇ ਸਾਨੂੰ ਲੈ ਜਾਣਾ। ਸਾਡਾ ਡਰਾਈਵਰ ਮਨ ਹੈ ਨਾ, ਸਾਡੇ ਸਰੀਰ ਨੂੰ ਲੈ ਆਇਆ ਤੇ ਜੇ ਮਨ ਬਹਾਨਾ ਲਾ ਦਿੰਦਾ ਤੇ ਇਹਨੂੰ ਸਵਾ ਦੇਣਾ ਸੀ, ਕਹਿਣਾ ਕੋਈ ਗੱਲ ਨਹੀਂ, ਅੱਜ ਮੌਸਮ ਬੜਾ ਵਧੀਆ, ਠੰਡਾ, ਨੀਂਦ ਚੰਗੀ ਆਉਂਦੀ ਹੈ, ਕੋਈ ਨਹੀਂ ਅੱਜ ਰਹਿਣ ਦੇਣਾ, ਮੈਂ ਕੱਲ ਨੂੰ ਜਾਵਾਂਗਾ। ਕੱਲ ਕਾਲ ਦਾ ਨਾਮ, ਕੱਲ ਕਿਹਨੇ ਵੇਖਿਆ ਵੀ ਕੱਲ ਨੂੰ ਜਾਏਗਾ ਕਿ ਨਹੀਂ? ਪਤਾ ਨਹੀਂ ਮਾਇਆ ਨੇ ਕਿਹੜੇ ਰੂਪ ਦੇ ਵਿੱਚ ਆ ਕੇ ਤੈਨੂੰ ਦਬੋਚ ਲੈਣਾ, ਤੈਨੂੰ ਕਿਸੇ ਜੋਗਾ ਨਹੀਂ ਚੜਨਾ। ਕੱਲ ਦੀ ਗੱਲ ਨਹੀਂ ਕਰੀਦੀ, ਅੱਜ ਦੀ ਗੱਲ ਕਰੀਦੀ। ਅੱਜ ਦੀ ਕਦੇ ਵੀ ਕਿਸੇ ਚੀਜ਼ ਨੂੰ ਕੱਲ ਤੇ ਨਾ ਪਾਓ, ਪੂਰੀ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ ਵੀ ਅੱਜ ਹੀ ਇਹ ਚੀਜ਼ ਕਰ ਲਈ ਜਾਵੇ।
ਜਿਵੇਂ ਕਿਸੇ ਨੂੰ ਸਾਧ ਸੰਗਤ ਜੀ ਕੋਈ ਪੈਨਸ਼ਨ ਮਿਲਣੀ ਹੋਵੇ ਨਾ ਤੇ ਉਹ ਕਹਿੰਦਾ ਵੀ ਅੱਜ ਹੀ ਮਿਲ ਜਾਏ। ਜੇ ਕਿਸੇ ਆ ਹੁਣ ਕਣਕ ਮਿਲਦੀ ਹੈ ਨਾ ਬੈਂਕਾਂ ਦੇ ਸੁਸਾਇਟੀਆਂ ਦੇ ਵਿੱਚ ਜਾਂ ਹੋਰ ਡਿਪੂਆਂ ਦੇ ਵਿੱਚ, ਮਾੜੀ ਜੀ ਅਨਾਉਂਸਮੈਂਟ ਹੋ ਜਾਏ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ। ਜਿਹੜਾ ਥੋੜਾ ਢਿੱਲਾ ਮੱਠਾ ਬੰਦਾ ਉਹ ਵੀ ਜਾ ਕੇ ਪਹੁੰਚ ਜਾਂਦਾ ਵੀ ਆਪਾਂ ਉਹ ਵਸਤੂ ਲੈ ਆਈਏ, ਕਿਉਂਕਿ ਸਾਨੂੰ ਇੰਝ ਲੱਗਦਾ ਵੀ ਉਹ ਚੀਜ਼ ਸਾਡੇ ਕੰਮ ਦੀ ਹੈ। ਕਣਕ ਖਾਣ ਦੇ ਕੰਮ ਆਏਗੀ, ਰੋਟੀ ਬਣਾ ਕੇ ਖਾਵਾਂਗੇ। ਤੇ ਜਿਹੜੇ ਚੰਗੇ ਵਿਚਾਰ ਹੈ ਨਾ, ਚੰਗੇ ਵਿਚਾਰ ਜਿਹਨੂੰ ਤੇ ਸਮਝ ਆ ਜਾਂਦੀ ਹੈ, ਉਹ ਤੇ ਕਹਿੰਦਾ ਭਾਈ ਜੇ ਚੰਗੇ ਵਿਚਾਰ ਹੋਣਗੇ ਤੇ ਜੀਵਨ ਵਧੀਆ ਹੋਏਗਾ, ਜੇ ਚੰਗੇ ਵਿਚਾਰ ਨਾ ਹੋਣਗੇ ਤੇ ਜੀਵਨ ਨਰਕ ਹੋਏਗਾ। ਜਦੋਂ ਕਿਸੇ ਦੇ ਵਿਚਾਰ ਮਾੜੇ ਸੀ ਜਾਂ ਮਾੜੇ ਹਨ, ਦੇਖੋ ਬੰਦਾ ਕਿੰਨਾ ਦੁਖੀ ਹੁੰਦਾ। ਜਦੋਂ ਵਿਚਾਰ ਚੰਗੇ ਹੋ ਗਏ, ਵਿਚਾਰਨਾ ਸ਼ੁਰੂ ਕਰਤਾ, ਉਹ ਬੰਦਾ ਕਿੰਨਾ ਖੁਸ਼ ਹੋ ਗਿਆ, ਉਹਦੇ ਮਨ ਤੋਂ ਬੋਝ ਲੱਥ ਗਿਆ। ਸੋ ਮਹਾਰਾਜ ਜੀ ਕਹਿੰਦੇ ਵੀ ਮਨ ਜਿਹੜਾ ਹੈ ਨਾ ਵਿਚਾਰਾਂ ਦੀ ਸਵਾਰੀ ਕਰੇ। ਮਨ 'ਚ ਚੰਗੇ ਵਿਚਾਰ ਆਉਣੇ ਚਾਹੀਦੇ ਨੇ। ਮਾੜੇ ਗੰਦੇ ਵਿਚਾਰ ਭਾਵੇਂ ਆਉਣ ਦਾ ਯਤਨ ਕਰਦੇ ਨੇ, ਦਰਵਾਜ਼ਾ ਬੂਹਾ ਬੰਦ ਕਰ ਲੈਣਾ ਚਾਹੀਦਾ, ਆਉਣ ਨਹੀਂ ਦੇਣੇ ਚਾਹੀਦੇ। ਧਿਆਨ ਹੀ ਗੁਰੂ ਦੇ ਵੱਲ ਕਰਕੇ ਰੱਖਣਾ ਚਾਹੀਦਾ ਤਾਂ ਜੋ ਇਹ ਵਿਚਾਰ ਸਾਨੂੰ ਮਿਲ ਜਾਣ। ਆਪਣੇ ਵਿਚਾਰ ਅਸਵਾਰੀ ਕੀਜੈ। ਸੋ ਵਿਚਾਰ ਜਿਹੜੇ ਨੇ ਇੱਕ ਗਿਆਨ ਦੇ ਰੂਪ ਦੇ ਵਿੱਚ ਸਾਨੂੰ ਮਿਲਦੇ ਨੇ, ਤੇ ਇੱਕ ਸਵਾਰੀ ਜਿਹੜੀ ਹੈ ਸਾਨੂੰ ਪਰਮ ਪਿਤਾ ਪਰਮਾਤਮਾ ਤੱਕ ਲੈ ਕੇ ਜਾਂਦੀ ਹੈ। ਸਹਿਜ ਕੇ ਪਾਵੜੇ ਪੱਗ ਧਰ ਲੀਜੈ। ਪਾਵੜੇ ਦਾ ਮਤਲਬ ਪੈਰ ਰਕਾਬ ਦੇ ਵਿੱਚ ਰੱਖਣੇ। ਜਦੋਂ ਕੋਈ ਘੋੜੇ ਤੇ ਚੜ੍ਹਦਾ ਜਾਂ ਘੋੜੀ ਜਾਨਵਰ ਤੇ ਚੜ੍ਹਦਾ, ਉਹ ਆਪਣੇ ਪੈਰ ਰਕਾਬ ਤੇ ਰੱਖਦਾ, ਫਿਰ ਕਾਠੀ ਦੇ ਉੱਪਰ ਇੱਕ ਲੱਤ ਘੁਮਾ ਕੇ ਰੱਖਦਾ ਤੇ ਉਸ ਘੋੜੇ ਦੀ ਸਵਾਰੀ ਤੇ ਚੜ੍ਹ ਜਾਂਦਾ। ਤੇ ਫਿਰ ਜਦੋਂ ਸਵਾਰੀ ਤੇ ਚੜ੍ਹ ਜਾਂਦਾ, ਫਿਰ ਲਗਾਮ ਫੜਦਾ। ਲਗਾਮ ਹੱਥ ਵਿੱਚ ਨਾ ਹੋਵੇ ਤੇ ਤਾਂ ਵੀ ਜਿਹੜਾ ਜਾਨਵਰ ਪਸ਼ੂ ਹੈ ਉਹ ਗਲਤ ਪਾਸੇ ਲੈ ਜਾਏ। ਰਕਾਬ ਦੇ ਵਿੱਚ ਪੈਰ ਟਿਕਿਆ ਰਹੇ, ਕਾਠੀ ਤੇ ਬੰਦਾ ਟਿਕਿਆ ਰਹੇ, ਤੇ ਲਗਾਮ ਨੂੰ ਹੱਥ ਵਿੱਚ ਫੜ ਕੇ ਚਲਾਵੇ ਗੱਡੀ, ਤੇ ਉਹ ਮੰਜ਼ਿਲ ਤੇ ਨਹੀਂ ਪਹੁੰਚੇਗਾ, ਉਹ ਪਹੁੰਚ ਜਾਏਗਾ। ਇਸ ਦੇ ਉਲਟ ਜਿਹੜਾ ਮਨ ਨੂੰ ਲਗਾਮ ਨਹੀਂ ਲਗਾਏਗਾ, ਜਿਹੜਾ ਸੰਗਤ ਵੀ ਨਹੀਂ ਕਰੇਗਾ, ਸ਼ੁਕਰਾਨਾ ਵੀ ਨਹੀਂ ਕਰੇਗਾ, ਉਹਨੂੰ ਤੇ ਫਿਰ ਸਾਧ ਸੰਗਤ ਜੀ ਘਾਟਾ ਪੈਣਾ ਹੀ ਹੈ, ਉਹਨੂੰ ਤੇ ਮਾਰ ਪੈਣੀ ਪੈਣੀ। ਉਹਨਾਂ ਨਿਆਣਿਆਂ ਨੂੰ ਮਾਰ ਪੈਂਦੀ ਹੈ ਸਕੂਲ ਵਿੱਚ ਜਿਹੜੇ ਕੰਮ ਕਰਕੇ ਹੋਮਵਰਕ ਕਰਕੇ ਨਹੀਂ ਜਾਂਦੇ, ਤੇ ਜਿਹੜੇ ਜ਼ਿੰਮੇਵਾਰੀ ਦੇ ਨਾਲ ਹੋਮਵਰਕ ਕਰਦੇ ਨੇ, ਕੰਮ ਕਰਦੇ ਨੇ, ਉਹ ਖੁਸ਼ੀ ਨਾਲ ਜਾਂਦੇ ਨੇ। ਉਹ ਕਹਿੰਦੇ ਡਰ ਨਹੀਂ, ਕਿਉਂਕਿ ਉਹਨਾਂ ਨੇ ਆਪਣਾ ਹੋਮਵਰਕ ਕੀਤਾ। ਸਹਿਜ ਕੇ ਪਾਵੜੇ ਪੱਗ ਧਰ ਲੀਜੈ। ਮਹਾਰਾਜ ਜੀ ਇਹ ਫਰਮਾਨ ਕਰਦੇ ਨੇ ਵੀ ਆਪਣੇ ਮਨ ਨੂੰ, ਬੁੱਧੀ ਨੂੰ ਏਦਾਂ ਰੱਖਣਾ ਨਿਮਰਤਾ ਦੇ ਵਿੱਚ, ਨੀਵੀਂ ਆਪਣੀ ਅਕਲ ਨੂੰ ਇੰਨਾ ਨੀਵਾਂ ਬਣਾ ਕੇ ਰੱਖਣਾ ਤਾਂ ਜੋ ਪਰਮਾਤਮਾ ਤੇਰੇ ਵਿੱਚ ਆ ਜਾਏ, ਤੇਰੇ ਵਿੱਚ ਵਾਸਾ ਕਰ ਜਾਏ। ਕਿਉਂਕਿ ਜਦੋਂ ਤੱਕ ਕੋਈ ਵੀ ਦੁਨਿਆਵੀ ਚੀਜ਼ ਸਾਡੇ ਮਨ ਵਿੱਚ ਵਸੀ ਹੋਈ ਹੈ, ਨਿਰੰਕਾਰ ਨੇ ਨਹੀਂ ਵਸ, ਪਰਮਾਤਮਾ ਨੇ ਨਹੀਂ ਵਸਣਾ। ਜਦੋਂ ਤੱਕ ਪਰਮਾਤਮਾ ਨੇ ਨਹੀਂ ਵਸਣਾ, ਉਦੋਂ ਤੱਕ ਮਨੁੱਖ ਨੇ ਖੱਜਲ ਖੁਆਰ ਹੁੰਦੇ ਹੀ ਰਹਿਣਾ। ਇਹ ਬਾਣੀ ਵਿੱਚ ਬਹੁਤ ਜ਼ਿਆਦਾ ਕਲੀਅਰ ਕੀਤਾ ਗਿਆ ਭਗਤਾਂ ਦੁਆਰਾ, ਗੁਰੂਆਂ ਦੁਆਰਾ, ਸੋ ਗੁਰੂ ਦੇ ਪਿਆਰਿਆਂ ਦੁਆਰਾ ਕਲੀਅਰ ਕੀਤਾ ਗਿਆ। ਸੋ ਆਖਰੀ ਪੰਕਤੀਆਂ ਨੇ, ਭਗਤ ਕਬੀਰ ਜੀ ਫਰਮਾਨ ਕਰਦੇ ਹਨ ਵੀ ਇਹ ਕਿਹਾ ਉਹਨਾਂ ਨੇ ਵੀ ਸਹਿਜੇ ਸਹਿਜੇ ਜਿਹੜੇ ਹੈ ਨਾ ਉਹ ਰੱਬ ਦੇ ਗੁਣ ਗਾਉਂਦੇ ਚਲੋ। ਹੌਲੀ ਹੌਲੀ ਸ਼ੁਰੂ ਹੁੰਦਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ। ਫਿਰ ਇੱਕ ਦਿਨ ਇਹ ਵਾਹਿਗੁਰੂ ਜਿਹੜਾ ਹੈ ਰੋਮ ਰੋਮ ਤੋਂ ਵੀ ਸਤਿਪੁਰ ਕਹਿੰਦੇ ਨੇ ਸੁਣਨਾ
शुरू हो जाता है। सो भगत कबीर जी आखिरी पंक्ति में कहते चल रे बैकुंठ तुझे ले तारों, चल लियो मेरे मना तेनों मैं बैकुंठ लैके जावां, उत्थे तेनों तारियां लवावां। चल मेरे मन बैकुंठ नूं चलीए, उत्थे तेनों मैं नहावां इशनान करावां, उत्थे जाके तेनों मैं तारियां लवावां ते तेरा भला हो जाएगा। हिचे ता प्रेम के चाबुक मारो, जे तू अड़ी करेगा मन रूपी घोड़िया, जे तू अड़ी करेगा नहीं चलेगा गुरमत के अनुसार, मैं तेनों तेनों चाबुक मारना, मैं तेनों प्रेम का चाबुक मारना। डंडा कह लीए, छेंटा कह लीए, ਜਾਂ कोई होर चीज़ कह लईए, ये सानू सब कुछ जिहड़ा ज्ञान बाणी दिंदी है होर कोई दे नहीं सकता। जे किसी विद्वान कोल तुसीं सुन रहे होवोगे ना कोई भी रब की गल, वो एडा वड्डा विद्वान उसनूं जिहड़ी विद्या है ना रूहानी विद्या उसने बनाया जां गुरु की बख्शिश ने बनाया। सो इस करके जे तू अड़ी करेगा, जे तू अड़ी करेगा तो फिर तू अड़ के ही रह जाएगा। अड़े सो चढ़े, फिर तू अड़े ही रहेगा। हिचेता प्रेम के चाबुक मारो, तेनों प्रेम दे नाल मैं अगे तोरदा पई, चल तुरया रह, तेरा घर आने वाला। कई बार बंदा तुर के जाता होंदा वांडे, तुर तुर के थक जाता, नाल दे पुछदे ने किन्ना क होर रस्ता रह गया, तुरया नहीं। बंदा वार वार कही जाता बस थोड़ा ही रह गया, थोड़ा ही रह गया, पहुंचने वाले हैं, पुजन वाले हैं। लग जावे भावें 1 घंटा पर वो कही जाता है बस पहुंचने वाले हैं, छेती चले जाओ। हिचे ता प्रेम के चाबुक मारो, जे तू राह दे विच अड़ी करेगा, जे तू अड़ी करके जिद करके बह जाएगा, अड़ी करके जिद करके दूसरे पासे मुख करके बह जाएगा, फिर किसी का कोई नुकसान नहीं होना। भगत कबीर जी कहते सुन लै प्यारी पंक्ति, कबीर दीन गवाया दुनी स्यों, दुनी ना चाली साथ, पाए कुहाड़ा मारिया गाफल अपने हाथ। सो किसी का कुछ नहीं जाना, अपना आप तो नुकसान कर लेना, अपने पैरी आप कुहाड़ा मार लेना। मतलब पैरी कुहाड़ा मारन का मतलब ये नहीं भी कोई लोहे की चीज लकड़ विच ला के ते मारी ते पैर ते वज गई, लहू वग गया, उसनूं नहीं कहते। पाए कुहाड़ा मारिया गाफला अपने हाथ, इस बावरे पागल ने आप ही सब कुछ खत्म कर दिता। अपनी जिन्हों कहता सी अकल है ਉਹਦੇ ਨਾਲ इसने रिश्ते खत्म कर दिते, इसने सांझ खत्म कर दी, इसने प्यार खत्म कर दिता, इसने मिलना खत्म कर दिता, इसने बहुत माड़ियां चीज़ां जड़ियां ने वो अपनाउणियां शुरू कर दित्तियां। सहज तू वख हो गया, सहज तू दूर चला गया, सहज दे लागे ये पहुंचया नहीं ते सहज तू दूर हुंदा हुंदा फिर जिहड़ा ये अपने आप तो भी दूर हो गया, अपने आप का भी ज्ञान नहीं रहा भी ये कौन है, ये किस चीज का मालक है, इसकी शख्सियत की है। सो ये चीज़ां जिहड़ियां ने इस सहज दे विच बहन वाले नूं रहन वाले नूं आत्मक अवस्था विच मिलदियां ने, कमाई राही मिलदियां ने। इस करके मन नूं सहज दे विच लैके जाना। सहज दा मतलब होर भी एक हुंदा भी छेती नहीं करनी, काली नहीं करनी, काले नहीं पैना। जिसनूं बाणी विच लिखिया कह रविदास आस लग जीवो चिर भयो दर्शन देख।
ਬੇਗ ਮਿਲੋ ਜਨ ਕਰਨਾ ਬਿਲੰਬਾ, ਜਿਨ੍ਹਾਂ ਦੇ ਬਾਰੇ ਇਸ ਤਰ੍ਹਾਂ ਸਤ ਸੰਗਤ ਜੀ ਬਾਣੀ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦਾ, ਪੜ੍ਹਨ ਨੂੰ ਮਿਲਦਾ, ਕਮਾਉਣ ਨੂੰ ਮਿਲਦਾ। ਸੋ ਸਹਿਜ ਦੀ ਅਵਸਥਾ ਦੀ ਜਿਹੜੀ ਗੱਲ ਹੈ ਨਾ, ਕਬੀਰ ਜੀ ਨੇ ਆਪਣੇ ਸ਼ਬਦਾਂ ਵਿੱਚ ਕਾਫੀ ਵਾਰ ਕੀਤੀ, ਕਿਉਂਕਿ ਗੁਰੂ ਸਾਡੇ ਗੁਰੂ ਨਾਨਕ ਪਾਤਸ਼ਾਹ ਜਾਂ ਹੋਰ ਪਾਤਸ਼ਾਹੀਆਂ ਸਾਰਿਆਂ ਨੇ ਸਹਿਜ ਦੀ ਅਵਸਥਾ ਨੂੰ ਬਹੁਤ ਹੀ ਅਡੋਲ ਤੇ ਬਹੁਤ ਹੀ ਪਿਆਰੀ ਤੇ ਹੌਲੀ ਹੌਲੀ ਜਿਹੜੀ ਹੈ ਨਾ ਉਹ ਪ੍ਰਮਾਤਮਾ ਤੱਕ ਸਹਿਜੇ ਸਹਿਜੇ ਚੁੱਪ ਚਪੀਤੀ ਪਹੁੰਚਣ ਵਾਲੀ ਅਵਸਥਾ ਇਹ ਬਣ ਜਾਂਦੀ ਹੈ। ਤੇ ਪਰਮਾਤਮਾ ਰੱਬ ਮਿਹਰ ਕਰੇ, ਬੰਦਾ ਆਪਣੀ ਅਵਸਥਾ ਤੇ ਬਣਾ ਲੈਂਦਾ, ਦੂਜੇ ਦੀ ਵੀ ਅਵਸਥਾ ਜਿਹੜੀ ਹੈ ਉਹ ਬਣਾ ਕੇ ਉਹਨੂੰ ਦੁਨੀਆ ਤੋਂ ਤਾਰ ਦਿੰਦਾ ਹੈ। ਮਤਲਬ ਐਡੀ ਵੱਡੀ ਸਹਿਜ ਦੀ ਅਵਸਥਾ ਹੈ। ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀ ਆਸ ਹੋਏ, ਤੁਧ ਬਿਨ ਦੂਜਾ ਹੋਰ ਨਾ ਕੋਈ, ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ, ਗੁਰਮੁਖ ਪ੍ਰਗਟ ਹੋਏ ਸਹਿਜੇ ਹੀ ਹਰ ਨਾਮ ਸਮਾਇਆ। ਸੋ ਗੁਰੂ ਮਹਾਰਾਜ ਜੀ ਇਸ ਅਵਸਥਾ ਵਿੱਚ ਆਪ ਹਨ ਤੇ ਸਾਨੂੰ ਉਸ ਅਵਸਥਾ ਦੇ ਵਿੱਚ ਭੇਜਣਾ ਚਾਹੁੰਦੇ। ਸੋ ਆਖਰੀ ਪੰਕਤੀਆਂ, ਕਹਿਤ ਕਬੀਰ ਭਲੇ ਅਸਵਾਰਾ, ਬੇਦ ਕਤੀਵਤੇ ਰਹੇ ਨਿਰਾਰਾ। ਪਾਤਸ਼ਾਹ ਜੀ ਦੀ ਬਾਣੀ, ਭਗਤਾਂ ਦੀ ਬਾਣੀ ਸਾਨੂੰ ਦੱਸ ਰਹੀ ਹੈ, ਕਹਿਤ ਕਬੀਰ ਭਲੇ ਅਸਵਾਰਾ, ਬੇਦ ਕਤੀਵਤੇ ਰਹੇ ਨਿਰਾਰਾ। ਉਹ ਅਸਵਾਰ ਚੰਗਾ ਜਿਹੜਾ ਬਹੁਤੀਆਂ ਦਲੀਲਾਂ ਦੇ ਵਿੱਚ ਨਹੀਂ ਪੈਂਦਾ, ਬਹੁਤੀਆਂ ਸਲਾਹਾਂ ਦੇ ਵਿੱਚ ਨਹੀਂ ਪੈਂਦਾ, ਬਹੁਤੀਆਂ ਗੱਲਾਂ ਦੇ ਵਿੱਚ ਨਹੀਂ ਪੈਂਦਾ, ਬਹੁਤੇ ਝਮੇਲਿਆਂ ਦੇ ਵਿੱਚ ਨਹੀਂ ਪੈਂਦਾ, ਬਹੁਤੇ ਚੱਕਰਾਂ ਦੇ ਵਿੱਚ ਨਹੀਂ ਪੈਂਦਾ। ਸੋ ਮਹਾਰਾਜ ਜੀ ਦੀ ਬਾਣੀ ਸਾਨੂੰ ਇਹੀ ਦੱਸਦੀ ਹੈ, ਉਹ ਅਸਵਾਰ, ਐਸਾ ਅਸਵਾਰ, ਐਸਾ ਅਸਵਾਰ ਜਿਹੜਾ ਬੇਦ ਕਤੇਵ, ਜਾਂ ਹੋਰ ਜਿੱਦਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ, ਉਹ ਚੀਜ਼ਾਂ ਜਿਹੜੀਆਂ ਦੁਬਿਧਾ ਵਿੱਚ ਪਾਉਂਦੀਆਂ ਹਨ ਉਹਨਾਂ ਤੋਂ ਦੂਰ ਰਹਿੰਦਾ ਹੈ, ਉਹਨਾਂ ਤੋਂ ਦੂਰ ਰਹਿੰਦਾ ਹੈ। ਤੇ ਐਸਾ ਅਸਵਾਰ ਜਿਹੜਾ ਉਹ ਪਰਮ ਪਿਤਾ ਪਰਮਾਤਮਾ ਤੱਕ ਪਹੁੰਚ ਜਾਂਦਾ, ਚਲਿਆ ਜਾਂਦਾ ਹੈ। ਵਾਹਿਗੁਰੂ ਨੂੰ, ਰਾਮ ਨੂੰ, ਅੱਲਾ ਨੂੰ, ਪ੍ਰਭੂ ਨੂੰ, ਭਗਵਾਨ ਨੂੰ, ਪਰਮੇਸ਼ਰ ਨੂੰ ਮਿਲ ਪੈਂਦਾ ਹੈ। ਮਤਲਬ ਅੱਜ ਦੇ ਇਸ ਸ਼ਬਦ ਦੇ ਵਿੱਚ ਨਾ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ ਵੀ ਸਵਾਰੀ ਜਿਹੜੀ ਹੈ ਕਿਹਦੀ ਕਰਨੀ ਹੈ, ਸਵਾਰੀ ਕਿੱਦਾਂ ਕਰਨੀ ਹੈ, ਸਵਾਰ ਕਿਸ ਚੀਜ਼ ਤੇ ਹੋਗੇ, ਕਿੱਥੇ ਬਹਿਣਾ। ਮਨ ਦੇ ਵਿੱਚ ਚੰਗੇ ਵਿਚਾਰਾਂ ਦੀ ਜਿਹੜੀ ਸਵਾਰੀ ਆਉਣੀ ਚਾਹੀਦੀ ਹੈ। ਮਨ ਨੂੰ ਚੰਗੇ ਵਿਚਾਰ ਜਿਹੜੇ ਨੇ ਇਹ ਲੈਣੇ ਚਾਹੀਦੇ ਨੇ, ਪੈਦਾ ਕਰਨੇ ਚਾਹੀਦੇ ਨੇ, ਅਪਣਾਉਣੇ ਚਾਹੀਦੇ ਨੇ। ਤੇ ਜਿਸ ਦਾ ਮਨ ਚੰਗੇ ਵਿਚਾਰਾਂ ਦੀ ਸਵਾਰੀ ਕਰਦਾ, ਉਹਦਾ ਮਨ, ਉਸ ਦਾ ਮਨ ਪਰਮ ਪਿਤਾ ਵਾਹਿਗੁਰੂ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਜੇ ਸਾਧਨ ਚੰਗਾ ਨਾ ਹੋਵੇ, ਬੰਦਾ ਰਾਹ ਦੇ ਵਿੱਚ ਹੀ ਬੈਠਾ ਰਹਿੰਦਾ, ਅੜਿਆ ਰਹਿੰਦਾ। ਚੰਗਾ ਸਾਧਨ ਮਿਲ ਜਾਏ ਤੇ ਆਪਣੀ ਮੰਜ਼ਿਲ ਤੇ ਬਹੁਤ ਛੇਤੀ ਪਹੁੰਚ ਜਾਂਦਾ ਹੈ, ਬਹੁਤ ਛੇਤੀ ਪਹੁੰਚ ਜਾਂਦਾ। ਸੋ ਅੱਜ ਦੇ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਇਹੀ ਸਾਨੂੰ ਦੱਸਿਆ ਵੀ ਸਵਾਰੀ ਜਿਹੜੀ ਹੈ ਕਿਸ ਦੀ ਕਰਨੀ, ਕਿੱਦਾਂ ਕਰਨੀ, ਕਿਵੇਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਇਹ ਸਾਨੂੰ ਭਗਤ ਕਬੀਰ ਜੀ ਮਹਾਰਾਜ ਜੀ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸਮਝਾਇਆ। ਸੋ ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ। ਸੋ ਮਨਾ ਮੇਰਿਆ ਸਮਝ ਚੇਤੇ ਰੱਖ, ਚੇਤੇ ਰੱਖ, ਉਸ ਪਰਮਾਤਮਾ ਨੂੰ ਚੇਤੇ ਰੱਖ। ਚੰਗੇ ਵਿਚਾਰਾਂ ਰਾਹੀਂ
परमात्मा नूं चिते रख, चंगी सोच राही उस वाहिगुरु नूं चेते रख। समझ अचेत चेत मन मेरे, कथी संतन अकथ कहानी। ये जड़ी अकथ कथा है ना, वाहिगुरु रब दे प्यारियां ने ये सारी सानू सुनाई हुई है। फिर सुनिया मनिया मन कीता भाओ, अंतरगत तीरथ मल नाओ। फिर सुन के मन के महाराज जी कहते अंदरों भी इशनान हो जाएगा, बाहरों भी इशनान हो जाएगा। मतलब मनुख हर वेले प्रसन्न रहेगा, हर वेले उदास नहीं रहेगा, हर वेले प्रसन्न रहेगा जिहड़ा वाहिगुरु परमात्मा दे नाम दे नाल जुड़दा है जी। सो इसी अज दे लड़ीवार शब्द दी विचार जो महाराज जी ने बड़े ही सत्कार प्रेम ते चढ़दी कला दे विच सेवा लई है। सो गुरु महाराज जी ये विचार का भाव अर्थ साडे हिरदियां दे विच वसाउण और सानू हमेशा ही चढ़दी कला बख्शण, साडे विघन कट देन, साडियां रुकावटां नूं दूर कर देन और सानू सीधे पासे लैके जाण, सीधे राह पाउण। असीं महाराज गलतियां दे पुतले हाँ, खिन खिन भुलन हार हाँ। सो महाराज जी साडे कोलों गलतियां हुंदियां हन, साडे कोलों गुनाह पाप अपराध हुंदे हन। तुसीं साडे पिता जी हो, तुसीं साडे मालक हो और तुसीं दया करके बख्श दिंदे हो। सो इस अपराधी नूं भी बख्श लेना। हम अपराधी सद भोलते तू बख्शन हारे। सो सानू बख्श देना, बख्श देना, बख्श देना। जद इंज कहांगे ना फिर सत्संग गुरु कदी ये नहीं हो सकता भी गुरु कदी बख्शे ना, गुरु कदी बख्शे ना। वार वार बच्चा जदों जिद करता है ओदी गल मन ली जाती है, वो तो आम दुनिया का रिश्ता है ना, माँ है बाप है। तो जिहदा गुरु दे नाल डाढा प्यारा रिश्ता है ना, वो भी जदों वार वार कहता है ना महाराज जी बख्श लो बख्श लो बख्श लो, ते महाराज जी सब कुछ ही बख्श लेंदे ने, सारा जीवन ही बख्श देंदे ने। जीवन दे विच किते माड़े कर्म एक सेकंड विच बख्श देंदे ने। इस करके गुरु दे नाल प्रेम करना चाहिए। साडा गुरु बहुत वड्डा है, गुरु की सेवा करनी चाहिए, गुरु दियां संगतां दी सेवा करनी चाहिए है। इसलिए जी गुरु बहुत वड्डा, जिड्डा वड्डा आप है उड्डी वड्डी ओदी कृपा ते दात होएगी। सो गुरु जी मेहर करन, सरबत दियां हाजरियां प्रवान करन, सब नूं खुशियां प्रसन्नता ते हमेशा सारे ही असी मैं तुसी जो भी है, जो भी सुन रहा भाई जिहड़ा इत्थे नहीं भी आया वो भी महाराज जी चढ़दी कला विच रहे, वो भी अपने घर खुश रहे, उन्होंने भी महाराज जी समत मेहर दे के अपने चरणों के नाल जोड़ लो और सच्चे पातशाह सरबत दा भला करो। भुला चुकां दी खिमा इन्नी सेवा प्रवान फतेह बुलाओ। वाहिगुरू जी का खालसा वाहिगुरू जी की फतेह।